ਹੈਲੋ ਫਰੈਂਡਸ, ਤਾਂ ਅੱਜ ਆਪਾਂ ਡਿਸਕਸ ਕਰਾਂਗੇ ਆਪਣੇ ਪੰਜਾਬ ਸਿਵਲ ਸਰਵਿਸ ਰੂਲਸ ਦਾ ਚੈਪਟਰ 2 ਜੋ ਕਿ ਹੈ ਡੈਫੀਨੇਸ਼ਨਸ ਬਾਰੇ। ਤਾਂ ਫਰੈਂਡਸ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਦੇ ਵਿੱਚ ਦੱਸਦਾ ਕਿ ਇਹ ਵਾਲੇ ਚੈਪਟਰ ਦੇ ਵਿੱਚ ਡੈਫੀਨੇਸ਼ਨਸ ਨੇ ਤਾਂ ਸਾਰੀਆਂ ਡੈਫੀਨੇਸ਼ਨਸ ਅਲਫਾਬੈਟਿਕਲੀ ਅਰੇਂਜ ਕੀਤੀਆਂ ਗਈਆਂ ਨੇ। ਤਾਂ ਕਿ ਆਪਾਂ ਨੂੰ ਇਸ ਨੂੰ ਲੱਭਣ 'ਚ ਆਸਾਨੀ ਰਹੇ। ਤਾਂ ਸਭ ਤੋਂ ਪਹਿਲਾਂ ਜਿਵੇਂ ਇਹਦੇ ਵਿੱਚ ਆਪਾਂ ਪੜਾਂਗੇ ਅਕਾਊਂਟੈਂਟ ਜਨਰਲ ਦੀ ਡੈਫੀਨੇਸ਼ਨ। ਤਾਂ ਫਰੈਂਡਸ, ਅਕਾਊਂਟੈਂਟ ਜਨਰਲ ਮੀਨਸ ਦੀ ਹੈਡ ਆਫ ਦੀ ਆਫਿਸ ਆਫ ਦੀ ਆਡਿਟ ਐਂਡ ਅਕਾਊਂਟਸ ਸਬੋਰਡੀਨੇਟ ਟੂ ਦੀ CAG। ਤਾਂ ਫਰੈਂਡਸ, ਜਿਵੇਂ ਇਸ ਦੇ ਵਿੱਚ AG ਦੀ ਡੈਫੀਨੇਸ਼ਨ ਦਿੱਤੀ ਗਈ ਹੈ, ਸੇਮ ਹੀ ਡੈਫੀਨੇਸ਼ਨ ਜੋ ਹੋਏਗੀ ਆਡਿਟ ਆਫਿਸਰ ਦੀ ਹੋਏਗੀ। ਉਹ ਕਿੱਥੇ ਲਿਖਿਆ ਹੈ? ਉਹ ਆਪਣਾ ਲਿਖਿਆ ਹੈ ਨੋਟ ਦੇ ਵਿੱਚ। ਯਾਨੀ ਕਿ ਆਡਿਟ ਆਫਿਸਰ ਤੇ ਅਕਾਊਂਟੈਂਟ ਜਨਰਲ ਦੋਨਾਂ ਦੀ ਡੈਫੀਨੇਸ਼ਨ ਸੇਮ ਹੋਏਗੀ। ਤੇ ਇਹਦੇ ਨੂੰ ਲਿਖਣ ਦਾ ਤਰੀਕਾ ਕੀ ਹੋਏਗਾ? ਜਿਵੇਂ AG ਮੀਨਸ ਲਿਖਿਆ ਹੋਇਆ, ਅਕਾਊਂਟੈਂਟ ਜਨਰਲ ਮੀਨਸ, ਉਸੇ ਤਰ੍ਹਾਂ ਆਪਾਂ ਆਡਿਟ ਆਫਿਸਰ ਦੇ ਨਾਲ ਲਿਖ ਦਾਂਗੇ ਆਡਿਟ ਆਫਿਸਰ ਮੀਨਸ ਤੋਂ ਬਾਅਦ ਕੀ ਕਰਨਾ ਆਪਾਂ? ਸਿੱਧਾ ਇੱਥੋਂ ਦੀ ਇੱਥੇ ਪਹੁੰਚ ਜਾਣਾ। ਆਡਿਟ ਆਫਿਸਰ ਮੀਨਸ ਦੀ ਹੈਡ ਆਫ ਆਫਿਸ। ਤਾਂ ਸੇਮ ਹੀ ਡੈਫੀਨੇਸ਼ਨ ਹੋ ਜਾਏਗੀ ਦੋਨਾਂ ਦੀ। ਉਸ ਤੋਂ ਬਾਅਦ ਆਪਣੀ ਆ ਜਾਂਦੀ ਹੈ ਜੀ ਐਕਟਿਵ ਸਰਵਿਸ ਕਿਹੜੀ ਹੁੰਦੀ ਹੈ। ਤਾਂ ਕਹਿੰਦੇ ਐਕਟਿਵ ਸਰਵਿਸ ਫॉर ਦੀ ਪਰਪਸ ਆਫ ਪੈਨਸ਼ਨ। ਇਸ ਦੇ ਵਿੱਚ ਦੱਸਿਆ ਗਿਆ ਕਿ ਪੈਨਸ਼ਨ ਵਾਸਤੇ ਐਕਟਿਵ ਸਰਵਿਸ ਕਿਹੜੀ ਗਿਣੀ ਜਾਂਦੀ ਹੈ। ਇਸ ਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਲਿਖਿਆ ਉਹਦੇ ਵਿੱਚ ਲਿਖਿਆ ਲੀਵ ਆਫ ਆਲ ਕਾਈਂਡਸ ਐਕਸੈਪਟ ਐਕਸਟਰਾਆਰਡਨਰੀ ਲੀਵ ਅਦਰ ਦੈਨ ਦੈਟ ਆਫ ਐਕਸਟਰਾਆਰਡਨਰੀ ਲੀਵ ਕਾਊਂਟਡ ਟੁਵਰਡਸ ਇਨਕਰੀਮੈਂਟ। ਤਾਂ ਫਰੈਂਡਸ, ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੋਇਆ ਆਪਣੇ ਕੋਲ ਐਕਸਟਰਾ ਆਰਡੀਨਰੀ ਲੀਵ ਹੈ, ਜਿਸ ਨੂੰ ਕਿ ਆਪਾਂ EOL ਵੀ ਬੋਲ ਦਿੰਦੇ ਆ। ਇਹ ਦੋ ਤਰ੍ਹਾਂ ਦੀ ਹੋਊਗੀ। ਪਹਿਲੀ ਕਿਹੜੀ ਆ ਜਾਊਗੀ ਆਪਣੀ EOL ਯਾਨੀ ਕਿ ਐਕਸਟਰਾ ਆਰਡੀਨਰੀ ਲੀਵ ਵਿਦ ਮੈਡੀਕਲ, ਐਂਡ ਸੈਕਿੰਡ ਕਿਹੜੀ ਆ ਜਾਊਗੀ EOL ਵਿਦਾਊਟ ਮੈਡੀਕਲ। ਯਾਨੀ ਕਿ ਐਕਸਟਰਾਆਰਡੀਨਰੀ ਲੀਵ ਆਪਾਂ ਵਿਦ ਮੈਡੀਕਲ ਵੀ ਲੈ ਸਕਦੇ ਹਾਂ ਤੇ ਵਿਦਾਊਟ ਮੈਡੀਕਲ ਵੀ ਲੈ ਸਕਦੇ ਹਾਂ। ਜਿਹੜੀ ਵਿਦ ਮੈਡੀਕਲ ਹੋਊਗੀ will be counted towards increment ਤੇ ਜਿਹੜੀ ਵਿਦਾਊਟ ਮੈਡੀਕਲ ਹੋਊਗੀ will not be counted towards increment। ਤਾਂ ਫਰੈਂਡਸ, ਜਿਹੜੀ ਲੀਵ ਇਨਕਰੀਮੈਂਟ ਵਾਸਤੇ ਕਾਊਂਟ ਹੋ ਜਾਏਗੀ ਉਹ ਲੀਵ ਐਕਟਿਵ ਸਰਵਿਸ ਦੇ ਵਿੱਚ ਗਿਣੀ ਜਾਏਗੀ, ਤੇ ਜਿਹੜੀ ਲੀਵ ਇਨਕਰੀਮੈਂਟ ਵਾਸਤੇ ਕਾਊਂਟ ਨਹੀਂ ਹੋਏਗੀ ਉਹ ਲੀਵ ਐਕਟਿਵ ਸਰਵਿਸ ਦੇ ਵਿੱਚ ਨਹੀਂ ਗਿਣੀ ਜਾਏਗੀ। ਠੀਕ ਹੈ ਫਰੈਂਡਸ। ਤਾਂ ਉਸ ਤੋਂ ਬਾਅਦ ਆਪਾਂ ਹੁਣ ਜੇ ਚੱਲੀਏ ਨੀਚੇ ਤਾਂ ਇਸ 'ਚ ਇੰਪੋਰਟੈਂਟ ਆ ਜਾਂਦਾ ਆਪਣਾ 2.5 ਰੂਲ ਜੋ ਕਿ ਹੈ ਏਜ ਦੇ ਰਿਲੇਟਿਡ। ਤਾਂ ਫਰੈਂਡਸ, ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਤੁਸੀਂ ਨਾਲ ਆਪਣੀ ਬੁੱਕ ਦੇ ਵਿੱਚ ਅੰਡਰਲਾਈਨ ਵੀ ਕਰ ਸਕਦੇ ਹੋ, ਉਹ ਹੈਗੀ ਹੈ ਦੀ ਡੇਟ ਆਫ ਡੈਥ ਸ਼ੈਲ ਬੀ ਟ੍ਰੀਟਡ ਐਜ਼ ਵਰਕਿੰਗ ਡੇ। ਮਤਲਬ ਇਹ ਮੈਟਰ ਨਹੀਂ ਕਰਦਾ ਗਵਰਨਮੈਂਟ ਇੰਪਲੋਈ ਦੀ ਡੈਥ ਕਿਸ ਟਾਈਮ ਹੋ ਰਹੀ ਹੈ, ਮੈਟਰ ਇਹ ਕਰਦਾ ਹੈ ਕਿ ਉਹ ਡੇ ਜੋ ਹੈ ਵਰਕਿੰਗ ਡੇ ਟ੍ਰੀਟ ਕੀਤਾ ਜਾਏਗਾ। ਇਸ ਤੋਂ ਇਲਾਵਾ ਜੇ ਆਪਾਂ ਪੜ੍ਹੀਏ the day on which the government employee retires or is retired or is discharged or is allowed to resign from service as the case may be shall be treated as last working day। मतलब वो सारे वर्किंग डे ट्रीट हो जाएंगे। ਤਾਂ ਕਿਹੜੇ ਵਰਕਿੰਗ ਡੇ ਟ੍ਰੀਟ ਹੋ ਜਾਣਗੇ ਆਪਣੇ? ਜਦੋਂ ਰਿਟਾਇਰ ਹੋਊਗਾ ਵਰਕਿੰਗ ਡੇ ਟ੍ਰੀਟ ਕੀਤਾ ਜਾਏਗਾ, ਜਦੋਂ ਡਿਊਟੀ ਤੋਂ ਡਿਸਚਾਰਜ ਕਰ ਦਿੱਤਾ ਜਾਏਗਾ ਵਰਕਿੰਗ ਡੇ ਟ੍ਰੀਟ ਹੋਏਗਾ, ਜਦੋਂ ਰਿਜ਼ਾਈਨ ਕਰ ਜਾਏਗਾ ਵਰਕਿੰਗ ਡੇ ਟ੍ਰੀਟ ਕੀਤਾ ਜਾਏਗਾ। ਉਸ ਤੋਂ ਬਾਅਦ ਆਪਾਂ ਇੰਪੋਰਟੈਂਟ ਲਾਈਨ ਪੜ੍ਹ ਚੁੱਕੇ ਹਾਂ ਜਿਹੜੀ ਕੀ ਹੈ ਦੀ ਡੈਥ ਡੇ ਵਿਲ ਬੀ ਟ੍ਰੀਟਡ ਐਜ਼ ਵਰਕਿੰਗ ਡੇ। ਉਸ ਤੋਂ ਬਾਅਦ ਨੀਚੇ ਦੇ ਪ੍ਰੋਵੀਜ਼ੋ ਵਿੱਚ ਲਿਖਿਆ ਗਿਆ ਹੈ ਕਿ ਜਿਹੜੀ ਰਿਟਾਇਰਮੈਂਟ ਪ੍ਰੀਮੈਚੁਰਲੀ ਕੀਤੀ ਜਾਏਗੀ
who is retired prematurely or who retires voluntarily under sub rule 1 sub rule 2 of rule Punjab Civil Service Rules Premature Retirement Rules 1975। ਇਹ ਰੂਲਸ ਆਪਾਂ ਅਗਲੀ ਬੁੱਕ ਦੇ ਵਿੱਚ ਪੜਾਂਗੇ। ਐਜ਼ ਦਾ ਕੇਸ ਮੇ ਬੀ the date of retirement shall be treated as non working day। ਤਾਂ ਫਰੈਂਡਸ ਉੱਪਰਲੇ ਪੈਰੇ 'ਚ ਆਪਾਂ ਪੜਿਆ ਕਿਹੜੇ ਕਿਹੜੇ ਵਰਕਿੰਗ ਡੇ ਟ੍ਰੀਟ ਕੀਤੇ ਜਾਣਗੇ ਜਾਂ ਡਿਊਟੀ ਟ੍ਰੀਟ ਕੀਤੇ ਜਾਣਗੇ, ਤੇ ਪ੍ਰੋਵੀਜ਼ੋ ਵਿੱਚ ਲਿਖਿਆ ਕਿਹੜਾ ਪੁਆਇੰਟ ਜੋ ਕਿ ਹੋਊਗਾ ਡਿਊਟੀ ਡੇ ਨਹੀਂ ਟ੍ਰੀਟ ਕੀਤਾ ਜਾਊਗਾ। ਉਸ ਤੋਂ ਬਾਅਦ ਨੋਟ ਦੇ ਵਿੱਚ ਆਪਾਂ ਨੂੰ ਲਿਖਿਆ ਹੋਇਆ ਐਵਰੀ ਪਰਸਨ ਨਿਊਲੀ ਅਪੁਆਇੰਟਡ ਟੂ ਗਵਰਨਮੈਂਟ ਸਰਵਿਸ should at the time of appointment, ਜਿਵੇਂ ਆਪਣੀ ਵੀ ਅਪੁਆਇੰਟਮੈਂਟ ਹੋਈ ਸੀ, be asked to produce a birth certificate issued by registrar births and deaths, and in the absence of such certificate, ਜੇ ਤੁਹਾਡੇ ਕੋਲ ਉਹ ਸਰਟੀਫਿਕੇਟ ਨਹੀਂ ਹੈ, he should furnish either attested copy of matriculation certificate or an affidavit। ਜੇ matriculation certificate ਨਹੀਂ ਹੈ ਤਾਂ ਇੱਕ affidavit of the correctness of date of birth, ਤਾਂ ਕਿ ਤੁਹਾਡੀ ਡੇਟ ਆਫ ਬਰਥ ਸਹੀ ਤਰ੍ਹਾਂ ਸਰਵਿਸ ਬੁੱਕ ਦੇ ਵਿੱਚ ਰਿਕਾਰਡ ਕੀਤੀ ਜਾ ਸਕੇ। ਉਸ ਤੋਂ ਬਾਅਦ ਆ ਗਿਆ ਦੀ ਐਕਚੁਅਲ ਡੇਟ ਔਰ ਦੀ ਅਜ਼ਿਊਮਡ ਡੇਟ ਡਿਟਰਮਾਈਨਡ ਅੰਡਰ ਨੋਟ 2 ਬਿਲੋ ਸ਼ੁੱਡ ਬੀ ਰਿਕਾਰਡਡ ਇਨ ਦੀ ਹਿਸਟਰੀ ਆਫ ਸਰਵਿਸ ਬੁੱਕ। ਮਤਲਬ ਜੋ ਤੁਸੀਂ ਡੇਟ ਆਫ ਬਰਥ ਦੱਸੋਗੇ ਉਹ ਸਰਵਿਸ ਬੁੱਕ ਦੇ ਵਿੱਚ ਐਂਟਰ ਕੀਤੀ ਜਾਏਗੀ। ਤਾਂ ਫਰੈਂਡਸ ਇਹ ਥੋੜੀ ਜਿਹੀ ਪੁਰਾਣੀ ਗੱਲ ਕਰੇਗਾ। ਹੁਣ ਆਪਾਂ ਨੋਟ 2 ਜਿਹੜਾ ਪੜਾਂਗੇ ਇਸ 'ਚ ਥੋੜੀ ਜਿਹੀ ਪੁਰਾਣੀ ਗੱਲ ਕਰੇਗਾ। ਕਹਿੰਦਾ if a government employee is only able to state his exact date of birth is unable to state his exact date of birth, मतलब वो ਦੱਸ ਨਹੀਂ ਸਕਦਾ ਵੀ ਉਹਦੀ ਡੇਟ ਆਫ ਬਰਥ ਕੀ ਹੈ। ਤਾਂ ਫਰੈਂਡਸ ਉਹਨੇ ਆਪਾਂ ਨੂੰ ਸਮਝੋ ਕੱਲਾ ਦੱਸਤਾ ਈਅਰ। ਜੇ ਉਹਨੇ ਕੱਲਾ ਈਅਰ ਦੱਸਤਾ ਤਾਂ ਆਪਾਂ ਉਸਦੀ ਲੈ ਲਾਂਗੇ 1 ਜੁਲਾਈ ਆਫ ਦੈਟ ਈਅਰ। ਥੋੜੀ ਜਿਹੀ ਐਗਜ਼ਾਮਪਲ ਦੇ ਕੇ ਮੈਂ ਦੱਸ ਦਿੰਦਾ ਇਸ ਦਾ ਮਤਲਬ ਕੀ ਹੋਇਆ। ਜਿਵੇਂ ਕਿ ਗਵਰਨਮੈਂਟ EMPLOYE ਨੇ ਆਪਾਂ ਨੂੰ ਦੱਸਿਆ ਵੀ ਉਹ 1990 ਦੇ ਵਿੱਚ ਜੰਮਿਆ ਸੀ। ਉਹ ਸਿਰਫ ਇੰਨਾ ਹੀ ਜਾਣਦਾ ਹੈ ਵੀ ਮੈਂ ਸਿਰਫ 1990 ਚ ਜੰਮਿਆ ਸੀ, ਉਹਨੂੰ ਨਾ ਤਾਂ ਉਹਦੀ ਡੇਟ ਪਤਾ ਨਾ ਮੰਥ ਪਤਾ। ਤਾਂ ਆਪਾਂ ਕੀ ਲਵਾਂਗੇ 1 ਜੁਲਾਈ 1990, ਇਹ ਉਹਦੀ ਡੇਟ ਆਫ ਬਰਥ ਮੰਨ ਕੇ ਸਰਵਿਸ ਬੁੱਕ ਦੇ ਵਿੱਚ ਐਂਟਰ ਹੋ ਜਾਏਗੀ। ਤਾਂ ਫਰੈਂਡਸ ਦੂਜੀ ਆਪਸ਼ਨ ਦੇ ਵਿੱਚ ਕੀ ਕਹਿੰਦਾ ਉਹ ਸਿਰਫ ਉਸਨੇ ਆਪਣਾ ਮੰਥ ਵੀ ਦੱਸਤਾ ਤੇ ਈਅਰ ਵੀ ਦੱਸਤਾ। ਕਹਿੰਦਾ ਮੈਂ ਸਮਝੋ ਅਗਸਤ ਦੇ ਵਿੱਚ 1990 ਵਿੱਚ ਜੰਮਿਆ ਸੀ, ਤਾਂ ਆਪਾਂ ਕੀ ਕਰਨਾ ਹੈ ਆਪਾਂ 16 ਅਗਸਤ ਲੈਣੀ ਹੈ। 16 ਅਗਸਤ 1990 ਸਮਝੋ ਜੇ ਉਸਨੇ ਸੈਪਟੈਂਬਰ ਦੱਸਿਆ ਹੁੰਦਾ ਸੈਪਟੈਂਬਰ 1990 ਤਾਂ ਵੀ ਆਪਾਂ ਕੀ ਕਰਦੇ 16, ਯਾਨੀ ਕਿ ਜੋ ਉਸਨੇ ਮਹੀਨਾ ਆਪਾਂ ਨੂੰ ਦੱਸਿਆ ਉਸ ਮਹੀਨੇ ਦੀ 16th ਡੇਟ ਜਿਹੜੀ ਹੋਊਗੀ ਉਹ ਆਪਾਂ ਉਸਦੀ ਡੇਟ ਆਫ ਬਰਥ ਮੰਨਾਂਗੇ। ਉਸ ਤੋਂ ਬਾਅਦ ਫਰੈਂਡਸ ਆ ਜਾਂਦੇ ਨੀਚੇ ਆਪਾਂ ਬੀ ਪੁਆਇੰਟ ਦੇ ਵਿੱਚ। ਬੀ ਪੁਆਇੰਟ ਦੇ ਵਿੱਚ ਕੀ ਕਹਿੰਦਾ ਇਫ ਏ ਗਵਰਨਮੈਂਟ EMPLOYE ਇਜ਼ ਓਨਲੀ ਏਬਲ ਟੂ ਸਟੇਟ ਹਿਜ਼ ਅਪਰੋਕਸੀਮੇਟ ਏਜ। ਹੁਣ ਕਹਿੰਦਾ ਨਾ ਉਹ ਆਪਣਾ ਈਅਰ ਦੱਸ ਰਿਹਾ ਨਾ ਮੰਥ ਦੱਸ ਰਿਹਾ, ਸਿਰਫ ਆਪਣੀ ਅਪਰੋਕਸੀਮੇਟ ਏਜ ਦੱਸ ਰਿਹਾ ਵੀ ਜਿਵੇਂ ਕਿ ਮੈਂ 20 ਸਾਲ ਦਾ ਜਾਂ ਮੈਂ 30 ਸਾਲ ਦਾ। ਹਿਜ਼ ਡੇਟ ਆਫ ਬਰਥ ਆਫ may be assumed to be corresponding date after deducting the number of years representing his age from his date of appointment। ਮਤਲਬ ਜਦੋਂ ਉਸਦੀ ਅਪੁਆਇੰਟਮੈਂਟ ਹੋਈ ਉਸ ਦਿਨ ਤੋਂ ਜਿੰਨੇ ਉਹ ਸਾਲ ਕਹਿ ਰਿਹਾ ਵੀ ਮੇਰੀ ਉਮਰ ਹੈ ਉਨੇ ਸਾਲ ਉਸ ਡੇਟ ਤੋਂ ਘਟਾ ਲਓ ਤਾਂ ਆਪਾਂ ਉਸਦੀ ਉਹ ਵਾਲੀ ਡੇਟ ਨੋਟ ਕਰ ਲੈਣੀ ਹੈ। ਯਾਨੀ ਕਿ ਜਿਵੇਂ ਕਿ ਆਪਾਂ ਇਹੀ ਲੈ ਕੇ ਚੱਲੀਏ ਵੀ ਉਸਦੀ 1 ਜੁਲਾਈ 1990 ਨੂੰ ਅਪੁਆਇੰਟਮੈਂਟ ਹੋ ਰਹੀ ਹੈ ਤਾਂ 1990 ਨੂੰ ਉਹ ਕਹਿੰਦਾ ਵੀ ਮੈਂ 30 ਸਾਲ ਦਾ, ਤਾਂ ਆਪਾਂ 1 ਜੁਲਾਈ 1990 ਤੋਂ 30 ਸਾਲ ਮਾਈਨਸ ਕਰਕੇ ਯਾਨੀ ਕਿ 1960 ਆ ਜਾਏਗਾ। 1 ਜੁਲਾਈ 1960 ਆਪਾਂ ਉਸਦੀ ਡੇਟ ਆਫ ਬਰਥ ਮੰਨ ਲਾਂਗੇ। ਉਸ ਤੋਂ ਬਾਅਦ ਫਰੈਂਡਸ ਆਪਾਂ ਪੜਾਂਗੇ ਰੂਲ 2.6। 2.6 ਦੇ ਵਿੱਚ ਕਹਿੰਦਾ ਅਪ੍ਰੈਂਟਿਸ ਕਿਸ ਨੂੰ ਕਹਿੰਦੇ ਨੇ। ਫਰੈਂਡਸ ਹੁਣ 2.6 ਦੇ ਵਿੱਚ ਆਪਾਂ ਪੜ੍ਹ ਰਹੇ ਹਾਂ ਅਪ੍ਰੈਂਟਿਸ ਮੀਨਸ ਏ ਪਰਸਨ ਡਿਪਿਊਟਡ ਫॉर ਟ੍ਰੇਨਿੰਗ in a trade or business with a view to employment in government service who draws pay monthly rates from the government during such training। ਮਤਲਬ ਉਹ ਇੱਕ ਤਰ੍ਹਾਂ ਦੀ ਟ੍ਰੇਨਿੰਗ ਤੇ ਹੁੰਦਾ ਹੈ। ਇਸ ਦੇ ਵਿੱਚ ਇੱਕ ਪੁਆਇੰਟ ਨੋਟ ਮੈਂ ਤੁਹਾਨੂੰ ਕਰਵਾ ਦਿੰਦਾ ਇਸ 'ਚ ਕੀ ਹੈ। ਅਪ੍ਰੈਂਟਿਸ ਨੂੰ ਜਦੋਂ ਟ੍ਰੇਨਿੰਗ ਤੇ ਲਗਾਇਆ ਜਾਂਦਾ ਹੈ ਤਾਂ ਉਸ ਨੂੰ not appointed
against permanent vacancy, ਉਸਨੂੰ ਪਰਮਾਨੈਂਟ ਪੋਸਟ ਦੇ ਅਗੇਂਸਟ ਨਹੀਂ ਲਗਾਇਆ ਜਾਂਦਾ। ਤਾਂ ਫਰੈਂਡਸ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਪਾਂ ਦੋ ਚੀਜ਼ਾਂ ਦੇ ਵਿੱਚ ਕਨਫਿਊਜ਼ ਹੁੰਦੇ ਹਾਂ, ਜੋ ਕਿ ਹੈ ਪ੍ਰੋਬੇਸ਼ਨਰ ਤੇ ਅਪ੍ਰੈਂਟਿਸ। ਤਾਂ ਇਹਦੇ ਵਿੱਚ ਆਪਾਂ ਕੀ ਲਿਖਾਂਗੇ, ਪ੍ਰੋਬੇਸ਼ਨਰ ਅੱਗੇ ਹੀ ਡਿਫਾਈਨ ਕੀਤਾ ਹੋਇਆ। ਪ੍ਰੋਬੇਸ਼ਨਰ ਲਈ ਆਪਣਾ ਰੂਲ ਹੈਗਾ 2.49। ਤਾਂ ਆਪਾਂ ਉਹ ਹੁਣ ਅੱਗੇ ਜਾ ਕੇ ਆਪਾਂ ਹੁਣ ਹੀ ਦੇਖ ਲੈਂਦੇ ਹਾਂ 2.49 ਰੂਲ ਦੇ ਵਿੱਚ ਕੀ ਲਿਖਿਆ ਵਾ। ਪ੍ਰੋਬੇਸ਼ਨਰ ਅਪ੍ਰੈਂਟਿਸ ਆਪਾਂ ਪੜ੍ਹ ਚੁੱਕੇ ਹਾਂ ਕਿ ਅਪ੍ਰੈਂਟਿਸ ਕੀ ਹੁੰਦਾ। ਇਹਦੇ ਵਿੱਚ ਦੇਖੋ ਸਪੈਸ਼ਲੀ ਲਿਖਿਆ ਹੋਇਆ ਇਹਨਾਂ ਨੇ, ਹੀ ਇਜ਼ ਨਾਟ ਇੰਪਲੋਇਡ ਇਨ ਔਰ ਅਗੇਂਸਟ ਏ ਸਬਸਟੈਂਟਿਵ ਵੈਕੈਂਸੀ। ਸਬਸਟੈਂਟਿਵ ਮਤਲਬ ਪਰਮਾਨੈਂਟ ਵੈਕੈਂਸੀ। ਪਰਮਾਨੈਂਟ ਵੈਕੈਂਸੀ ਦੇ ਅਗੇਂਸਟ ਅਪ੍ਰੈਂਟਿਸ ਨੂੰ ਨਹੀਂ ਇੰਪਲੋਏ ਕੀਤਾ ਜਾਂਦਾ। ਤਾਂ ਜਦੋਂ ਆਪਾਂ ਹੁਣ ਪ੍ਰੋਬੇਸ਼ਨਰ ਤੇ ਜਾਵਾਂਗੇ, 2.49 ਰੂਲ 'ਚ ਚੱਲਦੇ ਹਾਂ ਆਪਾਂ। ਪ੍ਰੋਬੇਸ਼ਨਰ ਤਾਂ ਫਰੈਂਡਸ ਇੱਥੇ ਆਪਣਾ ਆ ਗਿਆ 2.49 ਪ੍ਰੋਬੇਸ਼ਨਰ। ਪ੍ਰੋਬੇਸ਼ਨਰ ਮੀਨਸ ਏ ਗਵਰਨਮੈਂਟ EMPLOYEE employed on probation in ਔਰ ਅਗੇਂਸਟ ਸਬਸਟੈਂਟਿਵ ਵੈਕੈਂਸੀ, ਯਾਨੀ ਕਿ ਪ੍ਰੋਬੇਸ਼ਨਰ ਨੂੰ ਜੋ ਹੈ ਪਰਮਾਨੈਂਟ ਪੋਸਟ ਦੇ ਅਗੇਂਸਟ ਅਪਾਇੰਟ ਕੀਤਾ ਜਾਂਦਾ ਹੈ, ਪਰ ਜਿਹੜਾ ਅਪ੍ਰੈਂਟਿਸ ਹੈ ਉਸਨੂੰ ਪਰਮਾਨੈਂਟ ਪੋਸਟ ਦੇ ਅਗੇਂਸਟ EMPLOY ਨਹੀਂ ਕੀਤਾ ਜਾਂਦਾ। ਇਹ ਦੋਨਾਂ ਦੇ ਵਿੱਚ ਡਿਫਰੈਂਸ ਹੈ। ਤਾਂ ਚਲੋ ਹੁਣ ਆਪਾਂ ਵਾਪਸ ਚੱਲਦੇ ਹਾਂ ਆਪਣੇ ਰੂਲ ਤੇ। ਅਪ੍ਰੈਂਟਿਸ ਆਪਾਂ ਕਰ ਲਿਆ ਸੀ। ਉਸ ਤੋਂ ਬਾਅਦ ਕੇਡਰ ਹੁੰਦਾ ਜਿਸ ਨੂੰ ਮਤਲਬ ਜਿਹੜੀ ਸਟਰੈਂਥ ਨੂੰ ਸੈਂਕਸ਼ਨ ਕੀਤਾ ਗਿਆ ਗਵਰਨਮੈਂਟ ਵੱਲੋਂ, ਜਿਵੇਂ ਕਲਰਕ ਦਾ ਇੱਕ ਕੇਡਰ ਹੁੰਦਾ, ਸੀਨੀਅਰ ਅਸਿਸਟੈਂਟ ਦਾ ਇੱਕ ਕੇਡਰ ਹੋਊਗਾ, ਸੁਪਰਡੈਂਟ ਦਾ ਇੱਕ ਕੇਡਰ ਹੋਊਗਾ। ਇਸਨੂੰ ਆਪਾਂ ਕਹਿੰਦੇ ਆ ਕੇਡਰ। ਤਾਂ ਫਰੈਂਡਸ ਉਸ ਤੋਂ ਬਾਅਦ ਆਪਣਾ ਜੋ ਇੰਪੋਰਟੈਂਟ ਰੂਲ ਆ ਜਾਂਦਾ ਹੈ ਕੰਪੀਟੈਂਟ ਅਥਾਰਟੀ। ਇਹ ਵੀ ਉੱਪਰਲਾ ਵੀ ਥੋੜਾ ਜਿਹਾ ਇੰਪੋਰਟੈਂਟ ਹੈ। 2.13 ਕਹਿੰਦੇ ਕੰਪਨਸੇਟਰੀ ਅਲਾਊਂਸ। ਇਹਦੇ ਚ ਆ ਲਾਈਨ ਇੰਪੋਰਟੈਂਟ ਹੈ ਸਭ ਤੋਂ। ਕੰਪਨਸੇਟਰੀ ਅਲਾਊਂਸ ਡਜ਼ ਨਾਟ ਇਨਕਲੂਡ ਸਮਚਰੀ ਅਲਾਊਂਸ। ਇਹਦੇ ਵਿੱਚੋਂ ਕੁਐਸਚਨ ਆ ਜਾਂਦਾ ਹੁੰਦਾ ਸਿੱਧਾ ਹੀ ਵੀ ਹਾਂ ਵੀ ਕੰਪਨਸੇਟਰੀ ਅਲਾਊਂਸ ਦੇ ਵਿੱਚ ਸਮਚਰੀ ਅਲਾਊਂਸ ਇਨਕਲੂਡ ਹੁੰਦਾ ਕਿ ਨਹੀਂ। ਤਾਂ ਆਪਾਂ ਲਿਖਾਂਗੇ ਸਮਚਰੀ ਅਲਾਊਂਸ ਡਜ਼ ਨਾਟ ਇਨਕਲੂਡਡ ਇਨ ਦੀ ਕੰਪਨਸੇਟਰੀ ਅਲਾਊਂਸ ਐਜ਼ ਪਰ ਰੂਲ 2.13। ਤਾਂ ਫਰੈਂਡਸ ਹੁਣ 2.14 ਰੂਲ ਤੇ ਆਏ ਨਾ। 2.14 ਦੇ ਵਿੱਚ ਲਿਖਿਆ ਕੰਪੀਟੈਂਟ ਅਥਾਰਟੀ। ਕਹਿੰਦੇ ਚੈਪਟਰ 15 ਦੇ ਵਿੱਚ, ਇਸੇ ਬੁੱਕ ਦੇ ਚੈਪਟਰ 15 ਦੇ ਵਿੱਚ ਸਾਰੀਆਂ ਕੰਪੀਟੈਂਟ ਅਥਾਰਟੀਜ਼ ਦੱਸੀਆਂ ਗਈਆਂ ਨੇ। ਕੰਪੀਟੈਂਟ ਅਥਾਰਟੀ ਕਿਹੜੀ ਹੁੰਦੀ ਹੈ, ਕਹਿੰਦੇ ਏਡੀ ਨੂੰ ਆਪਾਂ ਕੰਪੀਟੈਂਟ ਅਥਾਰਟੀ ਮੰਨਦੇ ਹਾਂ। ਏਡੀ ਮਤਲਬ ਸੈਕਟਰੀ ਆਫ ਦੀ ਡਿਪਾਰਟਮੈਂਟ। ਸੈਕਟਰੀ ਆਫ ਦੀ ਡਿਪਾਰਟਮੈਂਟ ਨੂੰ ਆਪਾਂ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਕਹਿੰਦੇ ਹਾਂ, ਜੋ ਕਿ ਕੰਪੀਟੈਂਟ ਅਥਾਰਟੀ ਹੁੰਦੀ ਹੈ। ਤਾਂ ਹਰ ਪੁਆਇੰਟ ਵਾਸਤੇ ਅਲੱਗ-ਅਲੱਗ ਜੋ ਪਾਵਰਸ ਨੇ ਉਹ ਸਾਰੀਆਂ ਚੈਪਟਰ 15 ਦੇ ਵਿੱਚ ਆਪਾਂ ਨੂੰ ਦੱਸੀਆਂ ਗਈਆਂ ਨੇ, ਕਿਸ ਕਿਸ ਕੋਲ ਕਿੰਨੀ ਕਿੰਨੀ ਪਾਵਰ ਹੈ। ਉਸ ਤੋਂ ਬਾਅਦ ਆ ਗਿਆ 2.15। 2.15 ਵਿੱਚ ਕੀ ਹੈ, ਡੇ ਮੀਨਸ ਕਹਿੰਦੇ ਕੈਲੰਡਰ ਡੇ, ਬਿਗਨਿੰਗ ਐਂਡ ਐਂਡਿੰਗ ਐਟ ਦੀ ਮਿਡਨਾਈਟ। ਮਤਲਬ 12 ਵਜੇ ਤੋਂ ਪਹਿਲਾਂ ਤੁਹਾਡਾ ਇੱਕ ਦਿਨ ਹੋਏਗਾ, 12 ਵਜੇ ਤੋਂ ਬਾਅਦ ਤੁਹਾਡਾ ਦੂਜਾ ਦਿਨ ਹੋ ਜਾਏਗਾ। ਇਸ ਦੇ ਵਿੱਚ ਥੋੜੀ ਜਿਹੀ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਵੀ ਜੇ ਕਿਸੇ ਬੰਦੇ ਦੀ ਰਿਟਾਇਰਮੈਂਟ ਹੋ ਗਈ 31 ਤਰੀਕ ਨੂੰ, ਤਾਂ ਜਦੋਂ ਉਸਦੀ ਰਿਟਾਇਰਮੈਂਟ ਹੋਈ, ਜੇਕਰ ਉਸਦੀ ਡੈਥ 12 ਵਜੇ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਉਹਦਾ ਡੇ ਯਾਨੀ ਕਿ ਉਹ 31 ਜਿਹੜਾ ਆਪਾਂ ਪਹਿਲਾਂ ਹੀ ਪੜਿਆ ਸੀਗਾ ਵੀ ਉਹਦਾ ਡਿਊਟੀ ਡੇ ਟ੍ਰੀਟ ਹੋਏਗਾ। ਤਾਂ ਉਹ ਡੇ ਮਤਲਬ ਕਿ 31 ਦੇ 12 ਵਜੇ ਤੱਕ ਉਹ ਦਿਨ ਚੱਲੇਗਾ। ਤਾਂ ਯਾਨੀ ਕਿ ਉਹਦਾ ਜੇ ਉਹਦੀ ਡੈਥ 31 ਨੂੰ 12 ਵਜੇ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਉਹ ਡਿਊਟੀ ਦੇ ਵਿੱਚ ਹੀ ਮੰਨਿਆ ਜਾਏਗਾ ਵੀ ਉਸਦੀ ਇਨ ਸਰਵਿਸ ਡੈਥ ਹੋਈ ਹੈ। ਪਰ ਜੇ ਉਹ 12 ਵਜੇ ਤੋਂ ਬਾਅਦ ਉਸਦੀ ਡੈਥ ਹੁੰਦੀ ਹੈ ਤਾਂ ਮੰਨਿਆ ਜਾਏਗਾ ਕਿ ਉਹਦੀ ਡੈਥ ਆਫਟਰ ਦੀ ਰਿਟਾਇਰਮੈਂਟ ਹੋਈ ਹੈ। ਠੀਕ ਹੈ, ਇਹ ਇਸ ਦੀ ਇੱਕ ਐਗਜ਼ਾਮਪਲ ਹੈ। ਉਸ ਤੋਂ ਬਾਅਦ ਆ ਗਿਆ 2.16 ਦੇ ਵਿੱਚ ਡਿਊਟੀ ਫਰੈਂਡਸ। ਇਹ ਸਾਰੀ ਇਹਦੇ ਵਿੱਚ ਥੋੜੀ ਜਿਹੀ ਆਪਾਂ ਨੂੰ ਦੱਸਿਆ ਹੋਇਆ, ਅਸਲੀ ਤਾਂ ਅਨੈਕਜ਼ਰ ਦੇ ਵਿੱਚ ਆਊਗਾ, ਸ਼ਡਿਊਲ ਦੇ ਵਿੱਚ ਆਊਗਾ। ਸ਼ਡਿਊਲ ਟੂ ਦਿਸ ਚੈਪਟਰ ਲਿਖਿਆ ਨਾ ਪੇਜ 16 ਤੋਂ 19, ਇਹਦੇ ਵਿੱਚ ਦੱਸਿਆ ਗਿਆ ਵੀ ਕਿਹੜੀ ਕਿਹੜੀ ਚੀਜ਼ ਡਿਊਟੀ ਟ੍ਰੀਟ ਹੋਏਗੀ। ਤਾਂ ਆਪਾਂ ਥੋੜਾ ਜਿਹਾ ਇਸ ਨੂੰ ਵੀ ਪੜ੍ਹ ਕੇ ਦੇਖ ਲੈਂਦੇ ਹਾਂ। ਕਹਿੰਦੇ ਸਰਵਿਸ ਐਜ਼ ਏ ਪ੍ਰੋਬੇਸ਼ਨਰ ਔਰ ਅਪ੍ਰੈਂਟਿਸ provided that service as a probationer is followed by confirmation। ਕਹਿੰਦੇ ਜੇ ਪ੍ਰੋਬੇਸ਼ਨਰ ਦੀ ਸਰਵਿਸ ਅੱਗੇ ਕਨਫਰਮ ਕਰ ਦਿੱਤੀ ਜਾਂਦੀ ਹੈ ਤਾਂ ਉਹ ਸਾਰੀ ਦੀ ਸਾਰੀ ਡਿਊਟੀ ਟ੍ਰੀਟ ਹੋ ਜਾਂਦੀ ਹੈ।
provided further that in case of apprentice on confirmation either in a post which he was undergoing apprenticeship or in any other post, ਸੇਮ ਦੋਨਾਂ ਵਾਸਤੇ ਲਿਖਿਆ ਹੋਇਆ ਜੇ ਉਹ ਕਨਫਰਮੇਸ਼ਨ ਨਾਲ ਦੇ ਨਾਲ ਕਨਫਰਮੇਸ਼ਨ ਹੋ ਜਾਂਦੀ ਹੈ ਤਾਂ ਆਪਾਂ ਉਸ ਨੂੰ ਡਿਊਟੀ ਟ੍ਰੀਟ ਕਰਾਂਗੇ। ਉਸ ਤੋਂ ਬਾਅਦ ਕਹਿੰਦੇ ਜੁਆਇਨਿੰਗ ਟਾਈਮ। ਜੁਆਇਨਿੰਗ ਟਾਈਮ ਕਿਹੜਾ ਹੁੰਦਾ ਜੋ ਆਪਾਂ ਨੂੰ ਫਸਟ ਔਨ ਟ੍ਰਾਂਸਫਰ, ਮਤਲਬ ਜਦੋਂ ਆਪਣੀ ਟ੍ਰਾਂਸਫਰ ਹੁੰਦੀ ਹੈ ਤਾਂ ਆਪਾਂ ਨੂੰ ਜੁਆਇਨ ਕਰਨ ਲਈ ਜੋ ਟਾਈਮ ਦਿੱਤਾ ਜਾਂਦਾ ਹੈ ਉਸ ਨੂੰ ਆਪਾਂ ਜੁਆਇਨਿੰਗ ਟਾਈਮ ਕਹਿੰਦੇ ਆ, ਤਾਂ ਉਹ ਵੀ ਡਿਊਟੀ ਟ੍ਰੀਟ ਹੁੰਦਾ ਹੈ। ਉਸ ਤੋਂ ਬਾਅਦ ਫਰੈਂਡਸ ਹੈਗੀ 2.17 ਹੈਗੀ ਫੈਮਿਲੀ ਦੀ ਡੈਫੀਨੇਸ਼ਨ। ਫੈਮਿਲੀ ਦੀ ਡੈਫੀਨੇਸ਼ਨ ਹਰੇਕ ਰੂਲ ਵਾਸਤੇ ਅਲੱਗ ਹੈ। ਜੇ ਆਪਾਂ ਫੈਮਿਲੀ ਪੈਨਸ਼ਨ ਦੀ ਗੱਲ ਕਰਾਂਗੇ ਉਸ ਦੇ ਵਾਸਤੇ ਫੈਮਿਲੀ ਹੋਰ ਹੈ, ਸਿੰਪਲ ਪੈਨਸ਼ਨ ਦੀ ਗੱਲ ਕਰਾਂਗੇ ਉਸ ਦੇ ਵਾਸਤੇ ਫੈਮਿਲੀ ਹੋਰ ਹੈ, ਟੀਏ ਦੀ ਗੱਲ ਕਰਾਂਗੇ ਉਸ ਦੇ ਵਾਸਤੇ ਪੈਨਸ਼ਨ ਹੋਰ ਹੈ, ਮੈਡੀਕਲ ਰਿਇੰਬਰਸਮੈਂਟ ਦੀ ਗੱਲ ਕਰਾਂਗੇ ਉਸ ਦੇ ਵਾਸਤੇ ਫੈਮਿਲੀ ਦੀ ਡੈਫੀਨੇਸ਼ਨ ਹੋਰ ਹੈ। ਇਸ ਤਰ੍ਹਾਂ ਹਰੇਕ ਚੀਜ਼ ਵਾਸਤੇ ਫੈਮਿਲੀ ਦੀ ਡੈਫੀਨੇਸ਼ਨ। ਤਾਂ ਫਰੈਂਡਸ ਹੁਣ 2.17 ਤੋਂ ਬਾਅਦ ਆਪਾਂ ਹੁਣ ਚੱਲਦੇ ਹਾਂ 2.18 ਤੇ। 2.18 ਦੇ ਵਿੱਚ ਕੀ ਲਿਖਿਆ ਹੈ? 2.18 ਆਪਾਂ ਨੂੰ ਦੱਸਦਾ ਫੀਸ ਬਾਰੇ। ਕਹਿੰਦੇ ਫੀਸ ਕੀ ਹੁੰਦੀ ਹੈ? ਫੀਸ ਮੀਨਸ ਰੈਕਰਿੰਗ ਔਰ ਨਾਨ ਰੈਕਰਿੰਗ ਪੇਮੈਂਟ ਟੂ ਏ ਗਵਰਨਮੈਂਟ EMPLOYEE ਫਰੋਮ ਏ ਸੋਰਸ ਅਦਰ ਦੈਨ ਕੰਸੋਲੀਡੇਟਡ ਫੰਡ ਆਫ ਦੀ ਇੰਡੀਆ ਔਰ ਦੀ ਕੰਸੋਲੀਡੇਟਡ ਫੰਡ ਆਫ ਦੀ ਸਟੇਟ। ਮਤਲਬ ਕਿ ਸਰਕਾਰੀ ਖਜ਼ਾਨੇ ਤੋਂ ਬਿਨਾਂ ਜੇ ਹੋਰ ਕਿਸੇ ਸੋਰਸ ਦੇ ਥਰੂ ਗਵਰਨਮੈਂਟ EMPLOYEE ਨੂੰ ਕੋਈ ਪੈਸਾ ਮਿਲਦਾ ਤਾਂ ਉਸ ਨੂੰ ਆਪਾਂ ਫੀਸ ਕਹਿੰਦੇ ਹਾਂ। ਉਸ ਤੋਂ ਬਾਅਦ ਆ ਗਿਆ 2.19। 2.19 ਦੇ ਵਿੱਚ ਲਿਖਿਆ ਡਿਪਾਰਟਮੈਂਟ ਆਫ ਫਾਈਨਾਂਸ ਮੀਨਸ ਡਿਪਾਰਟਮੈਂਟ ਆਫ ਫਾਈਨਾਂਸ ਆਫ ਪੰਜਾਬ, ਯਾਨੀ ਕਿ ਪੰਜਾਬ ਦੇ ਫਾਈਨਾਂਸ ਡਿਪਾਰਟਮੈਂਟ ਨੂੰ ਆਪਾਂ ਫਾਈਨਾਂਸ ਡਿਪਾਰਟਮੈਂਟ ਕਹਾਂਗੇ। ਉਸ ਤੋਂ ਬਾਅਦ ਆ ਗਿਆ 2.20। 2.20 ਦੇ ਵਿੱਚ ਹੈਗਾ ਫਸਟ ਅਪਾਇੰਟਮੈਂਟ। ਫਸਟ ਅਪਾਇੰਟਮੈਂਟ ਇਨਕਲੂਡਸ the appointment of a person not at the time holding any appointment under the government, even though he may have previously held such an appointment। ਮਤਲਬ ਜੋ ਵੀ ਨਵੀਂ ਪੋਸਟ ਤੇ ਇੱਕ ਵਾਰੀ ਜੁਆਇਨ ਕਰਦਾ ਤਾਂ ਆਪਾਂ ਉਸ ਨੂੰ ਫਸਟ ਅਪਾਇੰਟਮੈਂਟ ਬੋਲਦੇ ਹਾਂ। ਉਸ ਤੋਂ ਬਾਅਦ ਆਪਣਾ ਆ ਗਿਆ 2.21। 2.1 ਦੇ ਵਿੱਚ ਕੀ ਹੈ? ਫੋਰਨ ਸਰਵਿਸ। ਫੋਰਨ ਸਰਵਿਸ ਮੀਨਸ ਸਰਵਿਸ ਇਨ ਵਿਚ a government employee receives his pay with the sanction of the government from any other source other than the revenue of the union or state। यानी कि सरकारी खजाने तो बिना जे किसी होर जगह तो उसनों सैलरी ड्रॉ की जा रही है तो उसनों आपां फॉरेन सर्विस कहांगे। फ्रेंड्स जी मैं तुहानूं दसदा इस दे विच दो चीज़ां हुंदियां, एक फॉरेन सर्विस हुंदी है, एक डेपूटेशन हुंदी है। डेपूटेशन दे विच बंदा जिहड़ा गवर्नमेंट EMPLOYEE हुंदा है डेपूटेशन दे विच वो सरकारी खजाने चों ही तनख्वाह लैंदा है, ਤੇ ਫੋਰਨ ਸਰਵਿਸ ਦੇ ਵਿੱਚ ਕੀ ਹੁੰਦਾ ਉਹ ਸਰਕਾਰੀ ਖਜ਼ਾਨੇ ਨੂੰ ਛੱਡ ਕੇ ਹੋਰ ਕਿਸੇ ਸੋਰਸ ਤੋਂ ਤਨਖਾਹ ਲੈਂਦਾ ਹੈ। ਉਸ ਤੋਂ ਬਾਅਦ ਆ ਗਿਆ ਆਪਣਾ ਹੈਡ ਆਫ ਦੀ ਡਿਪਾਰਟਮੈਂਟ। 2.24 ਵੀ ਦੇਖ ਲੈਂਦੇ। 2.24 ਦੇ ਵਿੱਚ ਲਿਖਿਆ ਗਵਰਨਮੈਂਟ ਮੀਨਸ, ਗਵਰਨਮੈਂਟ ਦਾ ਕੀ ਮਤਲਬ ਹੋਊਗਾ? ਪੰਜਾਬ ਗਵਰਨਮੈਂਟ ਇਨ ਦੀ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ, ਯਾਨੀ ਕਿ ਏਡੀ ਨੂੰ ਆਪਾਂ ਗਵਰਨਮੈਂਟ ਕਹਾਂਗੇ। ਏਡੀ ਮਤਲਬ ਸੈਕਟਰੀ ਆਫ ਦੀ ਡਿਪਾਰਟਮੈਂਟ ਨੂੰ। ਉਸ ਤੋਂ ਬਾਅਦ ਆ ਗਿਆ ਹੈਡ ਆਫ ਦੀ ਡਿਪਾਰਟਮੈਂਟ। ਹੈਡ ਆਫ ਦੀ ਡਿਪਾਰਟਮੈਂਟ ਮੀਨਸ ਦੀ ਅਥਾਰਟੀ ਸ਼ੋਨ ਇਨ ਕਾਲਮ ਨੰਬਰ 5 ਆਫ ਅਪੈਂਡਿਕਸ ਸੀ ਆਫ ਪੰਜਾਬ ਬਜਟ ਮੈਨੂਅਲ। ਤਾਂ ਫਰੈਂਡਸ ਪੰਜਾਬ ਬਜਟ ਮੈਨੂਅਲ ਦੇ ਵਿੱਚ ਸਾਰੇ ਹੈਡ ਆਫ ਦੀ ਡਿਪਾਰਟਮੈਂਟਸ ਦੇ ਨਾਮ ਦਿੱਤੇ ਹੋਏ ਨੇ। ਤੇ ਇਸੇ ਤਰ੍ਹਾਂ ਜਦੋਂ ਆਪਾਂ ਪੜਾਂਗੇ 2.26 2.26 ਹੈਡ ਆਫ ਆਫਿਸ। ਹੈਡ ਆਫ ਆਫਿਸ ਵੀ 2.16 ਰੂਲ ਪੰਜਾਬ ਬਜਟ ਮੈਨੂਅਲ ਦੇ ਵਿੱਚ ਲਿਖੇ ਹੋਣਗੇ। ਉਸ ਤੋਂ ਬਾਅਦ ਆ ਗਿਆ Hill station means any place which a competent authority may declare to be hill station। competent authority ਜਿਹੜੇ ਵੀ ਸਟੇਸ਼ਨ ਨੂੰ hill station declare ਕਰ ਦੇਗੀ ਤਾਂ ਉਹ hill station ਮੰਨਿਆ ਜਾਏਗਾ। ਉਸ ਤੋਂ ਬਾਅਦ ਆ ਗਿਆ 2.29। 2.29 ਦੇ ਵਿੱਚ ਕੀ ਲਿਖਿਆ? holiday। holiday a holiday prescribed or notified by or under section 25 of the Negotiable Instrument Act। ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ 25 ਸੈਕਸ਼ਨ ਦੇ ਅੰਡਰ ਜਦੋਂ ਵੀ ਕੋਈ ਹੌਲੀਡੇ ਡਿਕਲੇਅਰ ਕੀਤੀ ਜਾਂਦੀ ਹੈ ਤਾਂ ਉਸ ਨੂੰ ਹੌਲੀਡੇ ਟ੍ਰੀਟ ਕਰਾਂਗੇ। ਉਸ ਤੋਂ ਬਾਅਦ ਇਸ ਦੇ ਵਿੱਚ ਇੱਕ ਨੋਟ ਲਿਖਿਆ ਹੋਇਆ ਜੋ ਕਿ ਇੰਪੋਰਟੈਂਟ ਹੈ। ਦੀ ਟਰਮ ਡਜ਼ ਨਾਟ ਇਨਕਲੂਡ ਲੋਕਲ ਹੌਲੀਡੇ, ਯਾਨੀ ਕਿ ਜੋ ਲੋਕਲ ਹੌਲੀਡੇ ਡਿਸਟ੍ਰਿਕਟ ਦੇ ਵਿੱਚ ਕਰ ਦਿੱਤਾ ਜਾਂਦਾ ਹੈ ਉਸ ਨੂੰ ਹੌਲੀਡੇ ਦੀ ਡੈਫੀਨੇਸ਼ਨ ਦੇ ਵਿੱਚ ਨਹੀਂ ਟ੍ਰੀਟ ਕਰਨਾ। ਉਸ ਤੋਂ ਬਾਅਦ ਆ ਗਿਆ 2.30 ਆਨਰੇਰੀਅਮ। Honorarium means a recurring or non-recurring payment granted to a government employee from the consolidated fund of the India or state or UT। ਇਹਦਾ ਕੀ ਮਤਲਬ ਹੋਇਆ? ਤੁਸੀਂ ਦੋ ਚੀਜ਼ਾਂ ਪੜ੍ਹੀਆਂ, ਇੱਕ ਆਪਾਂ ਹੁਣੇ ਫੀਸ ਪੜ੍ਹ ਕੇ ਆਏ ਸੀ ਤੇ ਹੁਣ ਆਪਾਂ honorarium ਪੜ੍ਹ ਰਹੇ ਹਾਂ। ਜੋ ਫੀਸ ਸੀਗੀ, ਫੀਸ ਆਪਾਂ ਕੰਸੋਲੀਡੇਟਡ ਫੰਡ ਦੇ ਵਿੱਚੋਂ ਨਹੀਂ ਲੈਂਦੇ ਸੀ। honorarium ਜਿਹੜਾ ਹੁੰਦਾ ਉਹ ਆਪਾਂ ਨੂੰ ਕੰਸੋਲੀਡੇਟਡ ਫੰਡ ਦੇ ਵਿੱਚੋਂ ਮਿਲਦਾ। ਉਸ ਤੋਂ ਬਾਅਦ ਆ ਗਿਆ ਨੋਟ 1 ਆ ਗਿਆ no honorarium should be paid in respect of any work which can fairly be regarded as a part of legitimate duties of the government employee concerned।
मतलब जो तुसी रेगुलर ड्यूटियां कर रहे हो, जे तुहानू ਉਹੀ ਡਿਊਟੀ ਤੁਹਾਨੂੰ ਹੋਰ ਦੇ ਦਿੱਤੀ ਜਾਂਦੀ ਹੈ, ਜ਼ਿਆਦਾ ਟਾਈਮ ਕਰਨਾ ਪੈ ਜਾਂਦਾ ਤੁਹਾਨੂੰ, ਤਾਂ ਉਸ ਦੇ ਲਈ ਕੋਈ ਆਨਰੇਰੀਅਮ ਨਹੀਂ ਦਿੱਤਾ ਜਾਏਗਾ, ਜੋ ਤੁਹਾਡਾ ਨਾਰਮਲ ਡਿਊਟੀ ਦਾ ਪਾਰਟ ਹੀ ਗਿਣਿਆ ਜਾਂਦਾ ਹੈ। ਉਸ ਤੋਂ ਬਾਅਦ ਇਹਦਾ ਨੋਟ 4 ਵੀ ਇੰਪੋਰਟੈਂਟ ਹੈ। ਨੋ honorarium should be granted to group A, group B officers engaged on work in connection with setting up of companies, corporation, etc. which form a part of their normal duties। ਆਪਾਂ ਪਹਿਲਾਂ ਵੀ ਪੜ੍ਹ ਲਿਆ ਗੱਲ, ਫੇਰ ਦੁਬਾਰਾ ਉਹਨਾਂ ਨੇ ਉਹੀ ਲਿਖੀ ਹੈ ਵੀ ਜੋ ਤੁਹਾਡੀਆਂ ਨਾਰਮਲ ਡਿਊਟੀਜ਼ ਬਣਦੀਆਂ ਨੇ, ਜੇ ਤੁਸੀਂ ਉਹ ਨਿਭਾਉਂਦੇ ਹੋ ਤਾਂ ਉਸ ਤੇ ਤੁਹਾਨੂੰ ਕੋਈ honorarium ਨਹੀਂ ਮਿਲਣਾ। ਉਸ ਤੋਂ ਬਾਅਦ ਆ ਜਾਂਦਾ 2.32। 2.32 ਦੇ ਵਿੱਚ ਕੀ ਹੈ, ਜੁਆਇਨਿੰਗ ਟਾਈਮ ਕੀ ਹੁੰਦਾ ਹੈ। Joining time means time allowed to a government employee in which to join a new post or to travel from a station to which he is posted। ਜਦੋਂ ਉਸਨੂੰ ਕਿਸੇ ਪੋਸਟ ਤੇ ਲਗਾਇਆ ਜਾਂਦਾ ਹੈ ਤੇ ਉਸ ਪੋਸਟ ਨੂੰ ਜੁਆਇਨ ਕਰਨ ਲਈ ਜੋ ਟਾਈਮ ਦਿੱਤਾ ਜਾਂਦਾ ਹੈ ਉਸਨੂੰ ਜੁਆਇਨਿੰਗ ਟਾਈਮ ਕਹਿੰਦੇ ਨੇ। ਇਹ ਤੁਹਾਨੂੰ ਟ੍ਰਾਂਸਫਰ ਤੇ ਵੀ ਮਿਲਦਾ ਹੈ, ਜੇ ਤੁਸੀਂ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੇ ਜਾਣਾ ਹੈ ਤਾਂ ਉਸ ਵਾਸਤੇ ਵੀ ਤੁਹਾਨੂੰ ਜੁਆਇਨਿੰਗ ਟਾਈਮ ਮਿਲ ਜਾਏਗਾ। 2.33 है लीव ऑन हाफ पे। लीव ऑन हाफ पे मीन्स लीव ऑन सैलरी इक्वल टू हाफ पे एज रेगुलेटेड बाय रूल 122। मतलब जो तुसी तनख्वाह लेने हो, जो तुसी अद्धी तनख्वाह लेने हो तो उसनू लीव ऑन हाफ, मतलब अपने कोल दो तरह की लीव होंदी है, अर्नड लीव और हाफ पे लीव। अर्नड लीव दे विच आपां नू फुल सैलरी मिलती है, हाफ पे लीव दे विच आपां नू हाफ सैलरी मिलती है। तां जिहड़ी लीव आपां लैने आ हाफ पे लीव, तो उसनू लीव ऑन हाफ पे भी बोल सकते हैं आप। उस तो बाद अपना आ जाता है 2.35 जो कि इंपॉर्टेंट है। 2.35 है लियन। लियन मीन्स द राइट और टाइटल ऑफ गवर्नमेंट एम्प्लॉय टू होल्ड ए रेगुलर पोस्ट। जो कोई गवर्नमेंट एम्प्लॉय रेगुलर पोस्ट होल्ड करता है ਤਾਂ ਉਸਨੂੰ ਉਸਦਾ ਲੀਅਨ ਦੇ ਦਿੱਤਾ ਜਾਂਦਾ। ਯਾਨੀ ਕਿ ਜਦੋਂ ਆਪਾਂ ਅਪਾਇੰਟ ਹੁੰਨੇ ਆ ਨਵੇਂ ਸਰਵਿਸ ਦੇ ਵਿੱਚ, ਸਮਝੋ ਆਪਾਂ ਅਪਾਇੰਟ ਹੋਏ ਤੇ ਆਪਣਾ 2 ਸਾਲ ਦਾ ਪ੍ਰੋਬੇਸ਼ਨ ਹੈ, 2 ਸਾਲ ਦੇ ਪ੍ਰੋਬੇਸ਼ਨ ਤੋਂ ਬਾਅਦ ਆਪਣਾ ਪ੍ਰੋਬੇਸ਼ਨ ਸੈਟੀਸਫੈਕਟਰੀ ਮੁਕੰਮਲ ਜਦੋਂ ਹੋ ਜਾਂਦਾ, ਉਸ ਤੋਂ ਬਾਅਦ ਆਪਾਂ ਨੂੰ ਉਸ ਪੋਸਟ ਦਾ ਲੀਅਨ ਮਿਲ ਜਾਂਦਾ, ਯਾਨੀ ਕਿ ਆਪਾਂ ਉਸ ਪੋਸਟ ਦੇ ਪਰਮਾਨੈਂਟ ਹੱਕਦਾਰ ਬਣ ਜਾਂਦੇ ਆ। ਉਸ ਤੋਂ ਬਾਅਦ ਆਪਣਾ ਆ ਜਾਏਗਾ, ਉਸ ਤੋਂ ਬਾਅਦ ਫਰੈਂਡਸ 2.41 ਕਰਾਂਗੇ। 2.41 ਦੇ ਵਿੱਚ ਆਪਾਂ ਨੂੰ ਦੱਸਿਆ ਹੋਇਆ ਵੀ ਮੰਥਸ ਡੇਜ਼ ਐਂਡ ਈਅਰਸ ਦੀ ਕੈਲਕੂਲੇਸ਼ਨ ਕਿਵੇਂ ਕਰਨੀ। ਤਾਂ ਫਰੈਂਡਸ ਇਹਦੇ ਵਿੱਚ ਹੈਗਾ ਵੀ ਇਹਨਾਂ ਨੇ ਇੱਕ ਆਪਾਂ ਨੂੰ ਫਾਰਮੈਟ ਦਿੱਤਾ ਹੋਇਆ YMD, ਈਅਰ, ਮੰਥ ਤੇ ਡੇਜ਼। ਹੁਣ ਇਹ ਕਹਿੰਦੇ ਟੂ ਕੈਲਕੂਲੇਟ 3 months and 20 days on and from 25th January the following method is adopted। ਇਹ ਆਪਾਂ ਨੂੰ ਕਾਫੀ ਕੰਮ ਆਏਗਾ ਅੱਗੇ ਜਾ ਕੇ ਵੀ। ਇਹਨਾਂ ਨੇ ਮੈਥਡ ਦੱਸਿਆ ਹੋਇਆ ਵੀ ਆਪਾਂ ਮੰਥ, ਡੇਜ਼ ਤੇ ਈਅਰਸ ਦੀ ਕੈਲਕੂਲੇਸ਼ਨ ਕਿਵੇਂ ਕਰਨੀ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹ ਕੈਲਕੂਲੇਸ਼ਨ ਹੋਏਗੀ ਕਿਵੇਂ, ਪੀਰੀਅਡ ਤੋੜ ਕੇ ਕੈਲਕੂਲੇਸ਼ਨ ਹੋਏਗੀ। ਜਿਵੇਂ ਕਿ ਇਹਨਾਂ ਨੇ ਕਿਹਾ 25 ਜਨਵਰੀ ਤੋਂ ਕਹਿੰਦੇ ਸਟਾਰਟ ਕਰੋ, ਤਾਂ ਆਪਾਂ 25 ਜਨਵਰੀ ਤੋਂ ਸਟਾਰਟ ਕੀਤਾ। ਆਪਾਂ ਹੁਣ ਜਨਵਰੀ ਦਾ ਮਹੀਨਾ ਪੂਰਾ ਖਤਮ ਕਰਨਾ ਹੈ, ਤਾਂ ਕਿੱਥੇ ਖਤਮ ਹੁੰਦਾ ਜਨਵਰੀ ਦਾ ਮਹੀਨਾ 31 ਤੇ, ਤਾਂ ਕੀ ਹੋ ਗਿਆ 25 ਜਨਵਰੀ ਟੂ 31 ਜਨਵਰੀ। ਤੇ ਇਹਦੇ ਚ ਦਿਨ ਕਿੰਨੇ ਗਿਣਾਂਗੇ ਆਪਾਂ, ਦੇਖੋ 25, 26, 27, 28, 29, 30, 31, 7 ਦਿਨ ਹੋ ਗਏ। ਤਾਂ ਆਪਾਂ ਲਿਖਤਾ 0 ਸਾਲ 0 ਮਹੀਨੇ ਤੇ 7 ਦਿਨ। ਠੀਕ ਹੈ। ਇਸ ਤੋਂ ਬਾਅਦ ਕਹਿੰਦੇ ਜਦੋਂ ਮੰਥਸ ਕਾਊਂਟ ਕਰਨੇ ਨੇ, ਮੰਥਸ ਆਪਾਂ ਪੂਰੇ ਕਾਊਂਟ ਕਰਨੇ ਨੇ, ਯਾਨੀ ਕਿ ਫੈਬਰਰੀ, ਮਾਰਚ ਤੇ ਅਪ੍ਰੈਲ ਪੂਰਾ ਮੰਥ ਕਾਊਂਟ ਕਰਨਾ। ਤਾਂ ਆਪਣੇ ਕੋਲ ਕੀ ਆ ਗਿਆ 0 ਈਅਰਸ, 3 months ਤੇ 0 days। ਉਸ ਤੋਂ ਬਾਅਦ ਹੁਣ ਇਹਨਾਂ ਨੇ ਕਿੱਥੇ ਤੱਕ ਜਾਣ ਨੂੰ ਕਿਹਾ ਸੀ ਆਪਾਂ ਨੂੰ, ਇਹਨਾਂ ਨੇ ਕਿਹਾ ਸੀ 20 ਦਿਨ ਪੂਰੇ ਕਰਨੇ ਨੇ, 3 ਮਹੀਨੇ ਤੇ 20 ਦਿਨ ਪੂਰੇ ਕਰਨੇ ਨੇ। ਆਪਣੇ ਕੋਲ 7 ਦਿਨ ਇੱਥੇ ਹੋ ਗਏ ਸੀਗੇ, ਹੁਣ 3 ਮਹੀਨੇ ਇੱਥੇ ਹੋ ਗਏ, 3 ਮਹੀਨੇ 7 ਦਿਨ ਹੋ ਗਏ, ਯਾਨੀ ਕਿ ਆਪਾਂ ਨੂੰ ਹੋਰ ਕਿੰਨੇ ਚਾਹੀਦੇ ਨੇ, 13 ਦਿਨ ਚਾਹੀਦੇ ਨੇ। ਤਾਂ 1 ਮਈ ਟੂ 13 ਮਈ ਆਪਾਂ 13 ਦਿਨ ਇੱਥੋਂ ਲੈ ਲਏ, ਤਾਂ ਆਪਣਾ ਟੋਟਲ ਕਿੰਨਾ ਆ ਗਿਆ 3 ਮਹੀਨੇ ਤੇ 20 ਦਿਨ ਆ ਗਏ। ਇਸੇ ਤਰ੍ਹਾਂ B ਦੇ ਵਿੱਚ ਆਪਾਂ ਨੂੰ ਹੁਣ ਦੂਜੀ ਤਰ੍ਹਾਂ ਉਹਨਾਂ ਨੇ ਕੈਲਕੂਲੇਟ ਕਰਨਾ ਦੱਸਿਆ, ਮਤਲਬ ਮੈਥਡ ਸੇਮ ਹੀ ਹੈ। ਇਹਨਾਂ ਦੇ ਕੁਐਸਚਨ ਪੁੱਛਣ ਦਾ ਤਰੀਕਾ ਹੁਣ ਹੋਰ ਆ ਗਿਆ। ਕਹਿੰਦੇ ਪੀਰੀਅਡ ਕਮੈਂਸਿੰਗ ਫਰੋਮ 30th ਜਨਵਰੀ ਐਂਡ ਐਂਡਿੰਗ ਵਿਦ 22 ਮਾਰਚ। ਕਹਿੰਦੇ ਇਹ ਦੱਸੋ ਇਹ ਪੀਰੀਅਡ ਕਿੰਨਾ ਬਣਿਆ। ਪਹਿਲਾਂ ਉੱਪਰਲੇ ਚ ਆਪਾਂ ਨੂੰ ਕਿਹਾ ਸੀ ਉਹਨੇ ਵੀ 3 ਮਹੀਨੇ ਤੇ 20 ਦਿਨ ਕਾਊਂਟ ਕਰੋ। ਹੁਣ ਇਹਨੇ ਆਪਾਂ ਨੂੰ ਡੇਟਸ ਦੇਤੀਆਂ
30 ਜਨਵਰੀ ਤੋਂ 2 ਮਾਰਚ, ਕਹਿੰਦੇ ਕਾਊਂਟ ਕਰਕੇ ਦੱਸੋ ਵੀ ਇਹ ਕਿੰਨੇ ਦਿਨ, ਕਿੰਨੇ ਮਹੀਨੇ ਤੇ ਕਿੰਨੇ ਸਾਲ ਬਣੇ। ਤਾਂ ਦੇਖੋ ਹੁਣ ਇਹ ਕਿਵੇਂ ਕਾਊਂਟ ਕੀਤਾ, ਮੈਥਡ ਉਹੀ ਰਹੇਗਾ YMD ਵਾਲਾ ਆਪਣਾ। ਪੀਰੀਅਡ ਵੀ ਉਵੇਂ ਕਾਊਂਟ ਕਰਨਾ ਹੈ ਤੋੜ ਕੇ। 30th ਜਨਵਰੀ ਆਪਾਂ ਮਹੀਨਾ ਪੂਰਾ ਕਰਨਾ ਪਹਿਲਾਂ, 30th ਜਨਵਰੀ to 31st ਜਨਵਰੀ 2 ਦਿਨ ਆ ਗਏ। ਉਸ ਤੋਂ ਬਾਅਦ ਮੰਥ ਆਪਾਂ ਪੂਰਾ ਲੈ ਲੈਣਾ, ਫੈਬਰੀ ਦਾ ਮੰਥ ਹੈਗਾ ਆਪਣੇ ਕੋਲ, ਉਹ ਆਪਣੇ ਕੋਲ 1 ਮਹੀਨਾ ਆ ਗਿਆ। ਈਅਰ 0 ਡੇ 0। ਉਸ ਤੋਂ ਬਾਅਦ ਕਹਿੰਦਾ 20 ਆਪਾਂ ਨੇ 2 ਮਾਰਚ ਤੱਕ ਜਾਣਾ ਹੈ। 1 ਮਾਰਚ ਤੇ 2 ਮਾਰਚ ਯਾਨੀ ਕਿ 2 ਦਿਨ ਹੋ ਗਏ। ਤਾਂ ਹੁਣ ਜਦੋਂ ਆਪਾਂ ਇਹਨਾਂ ਦਾ ਟੋਟਲ ਕਰਾਂਗੇ ਤਾਂ 4 ਦਿਨ ਤੇ 1 ਮਹੀਨਾ, ਯਾਨੀ ਕਿ 1 ਮਹੀਨਾ 4 ਦਿਨ ਬਣ ਗਏ। ਠੀਕ ਹੈ ਫਰੈਂਡਸ, ਤਾਂ ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ। ਉਸ ਤੋਂ ਬਾਅਦ ਆ ਗਿਆ ਫਰੈਂਡਸ 2.42। 2.42 ਹੈਗਾ ਔਫੀਸ਼ੀਏਟ। ਤਾਂ ਫਰੈਂਡਸ ਆਪਾਂ ਹੁਣੇ ਨਾ ਲੀਅਨ ਪੜ੍ਹ ਕੇ ਆਏ ਸੀ। ਜਦੋਂ ਆਪਾਂ ਲੀਅਨ ਕਿਸੇ ਚੀਜ਼ ਦਾ ਹੋਲਡ ਕਰਦੇ ਹਾਂ ਤਾਂ ਆਪਾਂ ਉਸ ਤੇ ਸਬਸਟੈਂਟਿਵ ਤੌਰ ਤੇ ਕੰਮ ਕਰਦੇ ਹਾਂ। ਸਬਸਟੈਂਟਿਵ ਮਤਲਬ ਪੱਕੇ ਤੌਰ ਤੇ। ਜਿਸ ਬੰਦੇ ਕੋਲ ਪੋਸਟ ਦਾ ਲੀਅਨ ਹੁੰਦਾ ਹੈ ਤਾਂ ਉਸ ਤੇ ਸਬਸਟੈਂਟਿਵਲੀ ਕੰਮ ਕਰਦਾ ਹੈ। ਹੁਣ ਜਦੋਂ ਆਪਣੀ ਪ੍ਰਮੋਸ਼ਨ ਹੁੰਦੀ ਹੈ, ਆਪਣਾ ਲੀਅਨ ਤਾਂ ਪੁਰਾਣੀ ਪੋਸਟ ਤੇ ਰਹਿੰਦਾ ਹੈ, ਪਰ ਆਪਾਂ ਕੰਮ ਦੂਜੀ ਪੋਸਟ ਤੇ ਕਰ ਰਹੇ ਹੁੰਦੇ ਹਾਂ। ਤਾਂ ਜਦੋਂ ਆਪਾਂ ਦੂਜੀ ਪੋਸਟ ਤੇ ਕੰਮ ਕਰਦੇ ਹਾਂ ਤਾਂ ਲੀਅਨ ਆਪਣਾ ਕਿਸੇ ਦੂਜੀ ਪੋਸਟ ਤੇ ਹੁੰਦਾ ਹੈ, ਪੁਰਾਣੀ ਪੋਸਟ ਤੇ ਹੁੰਦਾ, ਤਾਂ ਉਸਨੂੰ ਆਪਾਂ ਔਫੀਸ਼ੀਏਟ ਕਹਿੰਦੇ ਹਾਂ। ਯਾਨੀ ਕਿ ਜੇ ਮੈਂ ਕਿਸੇ ਪੋਸਟ ਤੇ ਔਫੀਸ਼ੀਏਟਿੰਗ ਕੰਮ ਕਰ ਰਿਹਾ, ਇਹਦਾ ਮਤਲਬ ਇਹ ਹੋਇਆ ਉਸ ਪੋਸਟ ਤੇ ਮੇਰਾ ਲੀਅਨ ਨਹੀਂ ਹੈਗਾ, ਮੇਰਾ ਲੀਅਨ ਮੇਰਾ ਪੁਰਾਣੀ ਪੋਸਟ ਤੇ ਸੀਗਾ। ਠੀਕ ਹੈ, ਪੜ੍ਹ ਕੇ ਵੀ ਦੇਖ ਲੈਂਦੇ ਹਾਂ। ਇਹ ਗਵਰਨਮੈਂਟ EMPLOYEE officiates in a post when he performs duty of a post on which the another person holds a lien। ਯਾਨੀ ਕਿ ਆਪਣਾ ਉਸ ਤੇ ਲੀਅਨ ਨਹੀਂ ਹੈਗਾ, ਲੀਅਨ ਕਿਸੇ ਹੋਰ ਦਾ ਉਸ ਤੇ, ਤਾਂ ਆਪਾਂ ਉਸ ਤੇ officiating ਕੰਮ ਕਰਦੇ ਹਾਂ। ਤਾਂ ਇਸੇ ਤਰ੍ਹਾਂ ਫਰੈਂਡਸ 2.44 ਚ ਆ ਗਿਆ। 2.44 ਹੈਗਾ ਪੇ ਦੀ ਡੈਫੀਨੇਸ਼ਨ ਦੱਸੀ ਹੋਈ ਹੈ। ਕਹਿੰਦੇ ਪੇ ਮੀਨਸ ਬੇਸਿਕ ਪੇ that is the amount drawn monthly by government employee in the scale of pay of the post held by him to which he is entitled by reason of his position in a cater। ठीक है, तो ਇਹਦੇ ਚ ਲਿਖਿਆ includes any other emoluments which may specifically be classed as a part of pay by the competent authority। ਤਾਂ ਫਰੈਂਡਸ ਜਿਵੇਂ ਹੁਣ 2009 ਦੀ ਪੇ ਹੈਗੀ ਹੈ, ਤਾਂ ਪੇ ਦਾ ਮਤਲਬ ਕੀ ਹੁੰਦਾ ਹੈ, ਪੇ ਇਨ ਪੇ ਬੈਂਡ ਪਲੱਸ ਗ੍ਰੇਡ ਪੇ। ਤਾਂ ਆਪਾਂ ਇੱਥੇ ਲਿਖ ਕੇ ਦਿਖਾਉਂਦੇ ਹਾਂ, ਪੇ ਇਜ਼ ਇਕੁਅਲ ਟੂ, सॉरी अपन लिखते हैं बेसिक पे। बेसिक पे इज इक्वल टू पे इन पे बैंड प्लस ग्रेड पे। तो जिमें फ्रेंड्स आप क्लर्क का स्केल ले लीए, क्लर्क का स्केल होंगे 10-300 34-800 प्लस 3200 ग्रेड पे। तो फ्रेंड्स ये बेसिक पे की बनेगी, यदि आप पे इन पेमेंट लेनी है, यानी कि पे इन पेमेंट केड़ी होगी 10-300 प्लस ग्रेड पे ले लेनी है 3200 इज इक्वल टू 13,500 उसकी बेसिक पे मनी जाएगी। ठीक है, तो चलो हम आप आगे चलते हैं। आगे अपना हैगा 2.45 पेंशन। पेंशन एक्सेप्ट मतलब इस सिर्फ इन्ना लिखा है भी पेंशन इंक्लूड्स ग्रेचुटी। पेंशन की डेफिनेशन सही जी नहीं लिखी हुई इस वैसे, ਤੇ बस जो ਆਪਾਂ ਨੂੰ ਡੈਫੀਨੇਸ਼ਨ ਜੇ ਲਿਖਣ ਲਈ ਆਏਗੀ ਕੁਐਸਚਨ ਦੇ ਵਿੱਚ ਤਾਂ ਆਪਾਂ ਨੇ ਇੱਥੋਂ ਹੀ ਲਿਖਣਾ ਹੈ ਅਕੋਰਡਿੰਗ ਟੂ ਰੂਲ 2.45 ਪੈਨਸ਼ਨ ਮੀਨਸ। ਉਸ ਤੋਂ ਬਾਅਦ ਇਹ ਸਾਰਾ ਰੂਲ ਲਿਖ ਦੇਣਾ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਪਰਸਨਲ ਪੇ। 2.47 ਦੇ ਵਿੱਚ ਕੀ ਲਿਖਿਆ, ਪਰਸਨਲ ਪੇ। ਪਰਸਨਲ ਪੇ ਮੀਨਸ ਐਨ additional pay granted to government employee to save him from a loss of substantive pay in respect of a permanent post। ठीक हो गया। तो फ्रेंड्स ਹੁਣ ਪਰਸਨਲ ਪੇ ਦਾ ਮਤਲਬ ਕੀ ਹੋਇਆ, ਜਦੋਂ ਮੈਂ ਕਿਸੇ ਪੋਸਟ ਤੇ ਕੰਮ ਕਰ ਰਿਹਾ, ਉੱਥੇ ਮੇਰੀ ਤਨਖਾਹ ਜ਼ਿਆਦਾ ਹੈ, ਪਰ ਮੈਨੂੰ ਕਿਸੇ ਦੂਸਰੀ ਪੋਸਟ ਤੇ ਲਗਾਇਆ ਜਾਂਦਾ ਹੈ, ਉੱਥੇ ਮੇਰੀ ਤਨਖਾਹ ਦਾ ਸਕੇਲ ਕੁਝ ਹੋਰ ਹੈ। ਉਸ ਸਕੇਲ ਦੇ ਵਿੱਚ ਫਿੱਟ ਕਰਨ ਵਾਸਤੇ ਮੇਰੀ ਤਨਖਾਹ ਨੂੰ ਥੋੜਾ ਜਿਹਾ ਘਟਾ ਦਿੰਦੇ ਨੇ ਤੇ ਮੈਨੂੰ ਜਿੰਨੇ ਕ ਅਮਾਉਂਟ ਦਾ ਲਾਸ ਹੋ ਰਿਹਾ ਹੁੰਦਾ, ਸਮਝੋ ਮੇਰੀ ਇੱਥੇ ਤਨਖਾਹ ਸੀਗੀ 110 ਰੁਪਏ, ਪਰ ਜਦੋਂ ਉਹਨੇ ਮੈਨੂੰ ਨਵੇਂ ਸਕੇਲ ਦੇ ਵਿੱਚ ਰੱਖਿਆ ਤਾਂ ਨਵੇਂ ਸਕੇਲ ਦੇ ਵਿੱਚ ਮੇਰੀ ਤਨਖਾਹ 100 ਰੁਪਏ ਫਿਕਸ ਹੋ ਰਹੀ ਹੈ। ਤਾਂ ਜਿਹੜੇ ਉਹ 10 ਰੁਪਏ ਮੇਰੇ ਬਚ ਰਹੇ ਨੇ, ਉਸ ਦਾ ਲਾਸ ਪੂਰਾ ਕਰਨ ਵਾਸਤੇ ਉਹ 10 ਰੁਪਏ ਨੂੰ ਮੇਰਾ ਪਰਸਨਲ ਪੇ ਬਣਾ ਦੇਣਗੇ। ਇਸ ਨੂੰ ਆਪਾਂ ਪਰਸਨਲ ਪੇ ਬੋਲਦੇ ਹਾਂ। ਮਤਲਬ ਕਿ ਜੋ ਮੈਨੂੰ ਲਾਸ ਹੋਣਾ ਸੀਗਾ, ਜੇ ਮੈਂ ਆਪਣੀ ਪੁਰਾਣੀ ਪੋਸਟ ਹੋਲਡ ਕਰ ਰਿਹਾ ਹੁੰਦਾ ਤੇ ਮੈਨੂੰ ਉੱਥੇ
उस तनख्वाह चो जिहड़ा मेरा 10 रुपए का जिवें लॉस हो रहा वो लॉस नूं पूरा करने वास्ते परसनल पे बना दी जाती है। इस तरह हुण आ गया 2.48 प्रिजम्पटिव पे। प्रिजम्पटिव पे फ्रेंड्स जिवें इहदे नाम तो ही आपां नूं पता लग रहा भी प्रिजम्पटिव यानी कि प्रिज्यूम करके। तो थोड़ा जा लिंक करके दसदा जिवें आपां हुणे ऑफिशिएटिंग पढ़ के आए ना भी हाँ मेरे को उस पोस्ट का लीन तो है नहीं पर मैं उस पर काम करता पाया। इसे तरह दस्सिया जांदा भी जदों बंदा किसी ऑफिशिएटिंग पोस्ट ते काम करन जांदा है तो कहते उन्होंने तनख्वाह कितनी देनी है, कहते उन्होंने तनख्वाह इस तरह दो प्रज्यूम करो कि वह पक्के तौर पर उसे पोस्ट ते काम कर रहा होंदा। तो इसनूं आपां प्रिजम्पटिव पे बोलते हैं, तां ही आपां नूं फुल दी फुल पे मिल जाती होंदी है। पढ़ के देखते हैं। When used with reference to any particular government employee means the pay which he would entitled if he held the post substantively। मतलब कि कहते प्रज्यूम कर लो भी वो सबसटेंटिवली उस पोस्ट ते काम कर रहा है जबकि वो ऑफिशिएटिंग काम कर रहा है। पर कहते मान लो कि वो सबसटेंटिव ही काम कर रहा है यानी कि जो सबसटेंटिव कर रहा है तो उन्हें फुल पे मिलेगी तो आप उसनों की कहांगे प्रिजम्पटिव पे भी आप प्रज्यूम कर लिया भी ये उस पोस्ट ते पक्के तौर पर ही काम करता पाया। तो फ्रेंड्स उस तो बाद आ गया 2.49 ਦੇ ਵਿੱਚ ਹੈਗਾ प्रोबेशनर। प्रोबेशनर मीन्स ए गवर्नमेंट एम्प्लॉई ऑन प्रोबेशन इन और अगेंस्ट ए सबसटेंटिव वैकेंसी। यानी कि अपने को पक्कियां पोस्टां हैगियां उन्हां दे अगेंस्ट आपां किसी बंदे नूं रखिया हजे तां उसनूं आपां प्रोबेशनर कहांगे यानी कि किसी पक्की पोस्ट दे अगेंस्ट रखिया आपां। दिस डज नॉट however cover the government employee who holds substantively a permanent post in a cadre and merely appointed as on probation to another post। तो फ्रेंड्स ਇਹਦੇ ਵਿੱਚ ਦੋ ਵਰਡਸ ਯੂਜ਼ ਹੋਏ ਨੇ ਪ੍ਰੋਬੇਸ਼ਨਰ ਤੇ ਔਨ ਪ੍ਰੋਬੇਸ਼ਨ। ਪ੍ਰੋਬੇਸ਼ਨਰ ਤਾਂ ਹੋ ਗਿਆ ਜਿਵੇਂ ਇੱਕ ਡਾਇਰੈਕਟ EMPLOYE ਜਿਹੜਾ ਭਰਤੀ ਹੋ ਕੇ ਡਿਪਾਰਟਮੈਂਟ ਦੇ ਵਿੱਚ ਜਾਂਦਾ ਹੈ ਫਸਟ ਟਾਈਮ ਤਾਂ ਆਪਾਂ ਉਸ ਨੂੰ ਪ੍ਰੋਬੇਸ਼ਨਰ ਕਹਿੰਦੇ ਆ। ਹੁਣ ਜਦੋਂ ਆਪਾਂ ਪ੍ਰਮੋਟ ਹੁੰਨੇ ਆ ਉਦੋਂ ਵੀ ਆਪਣੇ ਕੋਲ ਜਿਵੇਂ ਸਾਲ ਦਾ ਆਪਣੇ ਕੋਲ ਪ੍ਰੋਬੇਸ਼ਨ ਹੁੰਦਾ ਹੈ ਤਾਂ ਉਸ ਟਾਈਮ ਬੰਦਾ ऑन प्रोबेशन गिना जाता है। जो गवर्नमेंट एम्प्लॉय होंगे उस टाइम ऑन प्रोबेशन गिना जाता है यानी कि प्रोबेशनर थोड़ा हो गया फस्ट टाइम तो जो तुम प्रमोट हो के प्रोबेशन ते जाने हो उस टाइम तुम ऑन प्रोबेशन होंगे हो। उस तो बाद फ्रेंड्स अपना नीचे देखते हैं होर केड़ा रूल इंपॉर्टेंट है इस तो। उस तो बाद फ्रेंड्स आ गया 2.54 2.54 हैगा सबसिस्टेंस ग्रांट। सबसिस्टेंस ग्रांट मीन ए मंथली ग्रांट मेड टू ए गवर्नमेंट एम्प्लॉय हु इज नॉट इन रिसीप्ट ऑफ पे और लीव सैलरी। तो फ्रेंड्स इसनूं आपां सस्पेंशन दे नाल जोड़ के देख सकते हैं। जो सस्पेंशन दे विच बंदा हुंदा तां उसनूं सबसिस्टेंस अलाउंस मिलता है यानी कि ना वो पे लै रहा हुंदा ना वो लीव सैलरी लै रहा हुंदा वो की लै रहा हुंदा सबसिस्टेंस अलाउंस। तो उस तो बाद फ्रेंड्स आ गया 2.55 सबस्टांटिव पे। सबस्टांटिव पे मीन्स पे अदर देन स्पेशल पे पर्सनल पे और एमोलूमेंट्स classed as pay as competent authority 2.44 to which a government employee is entitled on account of a post to which he has been appointed substantively or by the reason of his substantive position in a cadre। फ्रेंड्स एक कोई चीज लिखी हुई है सबस्टांटिव पे की होंगी है ਜਿਹੜਾ ਬੰਦਾ ਪੱਕੀ ਪੋਸਟ ਤੇ ਕੰਮ ਕਰ ਰਿਹਾ ਹੈ ਤੇ ਉਹ ਜੋੜ ਤਨਖਾਹ ਲੈ ਰਿਹਾ ਉਸ ਨੂੰ ਆਪਾਂ ਸਬਸਟੈਂਟਿਵ ਪੇ ਕਹਾਂਗੇ। ਉਸ ਤੋਂ ਬਾਅਦ ਆ ਗਿਆ फ्रेंड्स आ गया टाइम स्केल। 2.60 ਦੇ ਵਿੱਚ ਲਿਖਿਆ टाइम स्केल ਕੀ ਹੁੰਦਾ। 2.60 ਦੇ ਵਿੱਚ ਆ ਗਿਆ टाइम स्केल ਕੀ ਹੁੰਦਾ। टाइम स्केल मीन्स the pay which इथों ਆਪਾਂ जोड़ के पढ़ते हैं। टाइम स्केल मीन्स a pay which rises by periodical increments from minimum to maximum। It includes the class of pay previously known as progressive। तो फ्रेंड्स मैं दसदा टाइम स्केल की होंदा है जिवें अपना स्केल चलता है 400 तो 600 का समझो अपने को स्केल है तो इंक्रीमेंट लग लग के आप 600 तक जाने है ना। 400 तो स्टार्ट हुए क्लर्क का पुराना स्केल होंदा सी 400 तो 600 तो 400 तो इंक्रीमेंट लग लग के जो आप पहुंचते हैं 600 तक तो उसनों आप टाइम स्केल बोलते हैं। इन्हें की लिखा देखो फ्रॉम मिनिमम टू मैक्सिमम जो आप जाने विद पीरियोडिकल इंक्रीमेंट्स
ਲਿਖਿਆ ਨਾ ਰਾਈਜ਼ਸ ਬਾਈ ਪੀਰੀਓਡਿਕਲ ਇਨਕਰੀਮੈਂਟਸ, ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ, ਟਾਈਮ ਸਕੇਲ। ਠੀਕ ਹੈ ਫਰੈਂਡਸ, ਉਸ ਤੋਂ ਬਾਅਦ ਆਪਣਾ ਇਹ ਹੈਗਾ ਸ਼ਡਿਊਲ। ਸ਼ਡਿਊਲ ਦੇ ਵਿੱਚ ਫਰੈਂਡਸ ਕੀ ਲਿਖਿਆ ਹੋਇਆ ਹੈ ਵੀ ਕਿਹੜੇ ਕਿਹੜੇ ਪੀਰੀਅਡ ਡਿਊਟੀ ਰੇਟ ਹੁੰਦੇ ਨੇ। ਇਹ ਆ ਗਿਆ ਗਵਰਨਮੈਂਟ EMPLOYEES ਟ੍ਰੀਟਡ ਐਜ਼ ਔਨ ਡਿਊਟੀ ਅੰਡਰ ਦੀ ਫੋਲੋਇੰਗ ਸਰਕਮਸਟੈਂਸਿਸ। ਤਾਂ ਇਹ ਸਾਰੇ ਪੁਆਇੰਟਸ ਨੇ ਜਿੱਥੇ ਇੱਕ ਗਵਰਨਮੈਂਟ EMPLOYEE ਡਿਊਟੀ ਟ੍ਰੀਟ ਹੁੰਦਾ। ਇਸ ਦੇ ਵਿੱਚ ਜੇ ਆਪਾਂ ਨੈਕਸਟ ਪੁਆਇੰਟ ਤੇ ਇੱਥੇ ਜਾਈਏ, ਐਕਸੈਪਸ਼ਨ ਤੇ ਜਾਈਏ, ਇਹ ਜੋ ਸਾਰੀ ਐਕਸੈਪਸ਼ਨ ਹੈ ਇਹ ਡਿਊਟੀ ਟ੍ਰੀਟ ਨਹੀਂ ਹੁੰਦੀ। ਉੱਪਰ ਜੋ ਸਾਰੇ ਆਪਾਂ ਪੁਆਇੰਟ ਪੜ੍ਹ ਰਹੇ ਸੀਗੇ ਉਹ ਸਾਰੇ ਡਿਊਟੀ ਟ੍ਰੀਟ ਹੁੰਦੇ ਸੀਗੇ, ਇਹ ਸਾਰੇ ਇਹ ਨੋਟ ਡਿਊਟੀ, ਨॉन ਡਿਊਟੀ ਕਹਿ ਦਿੰਦੇ ਆਪਾਂ, ਨॉन ਡਿਊਟੀ ਟ੍ਰੀਟ ਹੁੰਦਾ ਹੈ ਜੋ ਐਕਸੈਪਸ਼ਨ ਦੇ ਵਿੱਚ ਲਿਖਿਆ। ਉਸ ਤੋਂ ਬਾਅਦ ਜੋ ਨੀਚੇ ਵਾਲੇ ਸਾਰੇ ਪੁਆਇੰਟਸ ਨੇ ਇਹ ਸਾਰੇ ਫਿਰ ਦੁਬਾਰਾ ਡਿਊਟੀ ਟ੍ਰੀਟ ਹੁੰਦੇ ਨੇ। ਤਾਂ ਇਸੇ ਤਰ੍ਹਾਂ ਜੇ ਆਪਾਂ ਅੱਗੇ ਚੱਲੀਏ ਇਹਦੇ ਵਿੱਚ ਇਹ ਥੋੜਾ ਜਿਹਾ ਇੰਪੋਰਟੈਂਟ ਹੈ ਨਾ, the period of compulsory waiting by government employee returning from leave for orders of government posting him to a particular post। ਇਹਦਾ ਕੀ ਮਤਲਬ ਹੋਇਆ ਫਰੈਂਡਸ, ਜਦੋਂ ਆਪਾਂ ਲੀਵ ਤੇ ਜਾਂਦੇ ਆ ਤਾਂ ਆਪਣੇ ਕੋਲ ਇਹ ਕੋਈ ਹੱਕ, ਇਹ ਆਪਾਂ ਅੱਗੇ ਵੀ ਪੜਾਂਗੇ 8th ਚੈਪਟਰ ਦੇ ਵਿੱਚ, ਤਾਂ ਆਪਣੇ ਕੋਲ ਹੱਕ ਨਹੀਂ ਹੈਗਾ ਵੀ ਆਪਾਂ ਉਸੇ ਪੋਸਟ ਤੇ ਜਾ ਕੇ ਦੁਬਾਰਾ ਜੁਆਇਨ ਕਰ ਲਈਏ ਜਿੱਥੋਂ ਆਪਾਂ ਲੀਵ ਤੇ ਗਏ ਸੀ। ਤਾਂ ਆਪਾਂ ਨੂੰ ਕੀ ਹੁੰਦਾ, ਲੀਵ ਤੋਂ ਆਉਣ ਤੋਂ ਬਾਅਦ ਆਪਾਂ ਨੂੰ ਆਰਡਰਸ ਦੀ ਵੇਟ ਕਰਨੀ ਪੈਂਦੀ ਹੈ ਵੀ ਹਾਂ ਸਾਨੂੰ ਕਿਹੜੀ ਪੋਸਟ ਹੁਣ ਦਿੰਦੇ ਨੇ ਜਿੱਥੇ ਆਪਾਂ ਕੰਮ ਕਰੀਏ। ਤਾਂ ਫਰੈਂਡ ਜਦੋਂ ਆਰਡਰਸ ਆਉਣ ਦੇ ਵਿੱਚ ਤੇ ਤੁਸੀਂ ਆਫਿਸ ਦੇ ਵਿੱਚ ਆ ਕੇ ਬੈਠ ਗਏ, ਜੁਆਇਨ ਕਰ ਗਏ, ਪਰ ਹਜੇ ਤੁਸੀਂ ਪੋਸਟ ਤੇ ਨਹੀਂ ਬੈਠੇ ਆਪਣੀ ਤੇ, ਤਾਂ ਜਿੰਨਾ ਟਾਈਮ ਉਹ ਆਰਡਰ ਛਪਣ ਨੂੰ ਲੱਗਦਾ ਹੈ, ਸਮਝੋ 1 ਦਿਨ ਲੱਗਿਆ ਜਾਂ 2 ਦਿਨ ਲੱਗੇ, ਤਾਂ ਉਹ ਜਿਹੜਾ 1-2 ਦਿਨ ਦਾ ਵਿੱਚ ਵਾਲਾ ਟਾਈਮ ਹੋ ਗਿਆ ਉਹ ਤੁਹਾਡਾ ਕੰਪਲਸਰੀ ਵੇਟਿੰਗ ਪੀਰੀਅਡ ਹੋ ਗਿਆ, ਤੁਹਾਨੂੰ ਵੇਟ ਕਰਨੀ ਪੈਗੀ। ਤਾਂ ਇਹ ਕਹਿੰਦਾ ਵੀ ਜਿਹੜਾ ਉਹ ਵਾਲਾ ਪੀਰੀਅਡ ਹੈ ਉਸ ਨੂੰ ਵੀ ਅਸੀਂ ਡਿਊਟੀ ਟ੍ਰੀਟ ਕਰ ਦਾਂਗੇ। ਤਾਂ ਉਸ ਤੋਂ ਬਾਅਦ ਇਹ ਸਾਰੇ ਪੀਰੀਅਡ ਨੇ ਜੋ ਡਿਊਟੀ ਟ੍ਰੀਟ ਹੁੰਦੇ ਨੇ। ਠੀਕ ਹੈ ਫਰੈਂਡ, ਉਸ ਤੋਂ ਬਾਅਦ ਆਪਣਾ ਆ ਗਿਆ ਅਨੈਕਜ਼ਰ ਏ। ਅਨੈਕਜ਼ਰ ਏ ਦੇ ਵਿੱਚ ਕੀ ਦੱਸਿਆ ਹੋਇਆ, ਅਨੈਕਜ਼ਰ ਏ ਦੇ ਵਿੱਚ ਪ੍ਰੋਸੀਜਰ ਦੱਸਿਆ ਹੋਇਆ ਸਾਰਾ ਡੇਟ ਆਫ ਬਰਥ ਚੇਂਜ ਕਰਾਉਣ ਵਾਸਤੇ। ਠੀਕ ਹੈ ਫਰੈਂਡਸ, ਤਾਂ ਇਸ ਨਾਲ ਆਪਣਾ ਹੁਣ ਇਹ ਸੈਕੰਡ ਚੈਪਟਰ ਜੋ ਕਿ ਡੈਫੀਨੇਸ਼ਨਸ ਦਾ ਸੀਗਾ ਇਹ ਹੁਣ ਪੂਰਾ ਹੁੰਦਾ। ਹੋਪ ਸਾਰਿਆਂ ਨੂੰ ਪਸੰਦ ਆਇਆ ਹੋਊਗਾ। ਉਸ ਤੋਂ ਬਾਅਦ ਹੁਣ ਆਪਾਂ ਨੈਕਸਟ ਚੈਪਟਰ ਵੱਲ ਚੱਲਾਂਗੇ। ਥੈਂਕ